ਲੋ ਜੀ, ਤੁਹਾਡੇ ਨਾਲ ਅੱਜ ਅਸੀਂ ਬੜੇ ਲੰਬੇ ਅਰਸੇ ਤੋਂ ਬਾਅਦ ਗੱਲਬਾਤ ਕਰਾਉਣ ਜਾ ਰਹੇ ਹਾਂ ਰਜਿੰਦਰ ਸਿੰਘ ਤੱਗੜ ਹੋਰਾਂ ਦੀ। ਬੜੇ ਹੀ ਮਾਇਨਾਜ਼, ਬੜੇ ਹੀ ਸੀਨੀਅਰ ਜਰਨਲਿਸਟ ਨੇ ਔਰ ਟੋਰਾਂਟੋ ਦੇ ਬਹੁਤ ਸਾਰੇ ਲਿਸਨਰ ਜਿਹੜੇ ਆ ਉਹ ਇਹਨਾਂ ਤੋਂ ਭਲੀ ਭਾਂਤ ਵਾਕਫ ਨੇ। ਬੜੀ ਲੰਬੇ ਅਰਸੇ ਤੋਂ ਇਹ ਟੋਰਾਂਟੋ ਦੇ ਲੋਕਾਂ ਨੂੰ ਪੰਜਾਬ ਤੋਂ ਖਬਰਾਂ ਜਾਣਕਾਰੀ ਦਿੰਦੇ ਆਏ ਹੈ ਔਰ ਮੇਰੇ ਨਾਲ ਇਹਨਾਂ ਦਾ ਕੋਈ ਰਿਸ਼ਤਾ ਬਹੁਤ ਹੀ ਪੁਰਾਣਾ ਹੈ ਔਰ ਉਦੋਂ ਦਾ ਹੈ ਜਦੋਂ ਅਜੇ ਮੈਂ ਜਰਨਲਿਜ਼ਮ ਦੇ ਵਿੱਚ ਆਇਆ ਵੀ ਨਹੀਂ ਸੀ, ਬਲਕਿ ਉਦੋਂ ਦਾ ਹੈ ਜਦੋਂ ਮੈਂ ਨਵਾਂ ਰੋਪੜ ਆਇਆ, ਯੂਨੀਅਨ 'ਚ ਕੰਮ ਸ਼ੁਰੂ ਕੀਤਾ ਉੱਥੇ ਔਰ ਉਸ ਵੇਲੇ ਤੋਂ ਸਾਡੀ ਦੋਸਤੀ। ਉਦੋਂ ਮੈਨੂੰ ਕਦੀ ਇਸ ਗੱਲ ਦਾ ਖਿਆਲ ਵੀ ਨਹੀਂ ਸੀ ਕਿ ਕਦੀ ਮੈਂ ਜਰਨਲਿਜ਼ਮ 'ਚ ਜਾਵਾਂਗਾ, ਕੈਨੇਡਾ ਆਵਾਂਗਾ, ਪੱਤਰਕਾਰੀ ਕਰਾਂਗਾ। ਤੋ ਇਹ ਵੀ ਮੈਂ ਦੱਸ ਦੇਵਾਂ ਕਿ ਪ੍ਰਵਾਸੀ ਅਖਬਾਰ ਜਿਹੜੀ ਹੈ ਤੁਸੀਂ ਅਜੇ ਵੀ ਪੜ੍ਹਦੇ ਹੋ ਬੜੇ ਚਾਵਾਂ ਦੇ ਨਾਲ। ਬਹੁਤ ਹੀ ਵਨ ਆਫ ਦਾ ਲੀਡਿੰਗ ਨਿਊਜ਼ਪੇਪਰ ਹੈ ਕੈਨੇਡਾ ਦਾ ਵਿੱਚ, ਐਥਨਿਕ ਪੇਪਰ ਦੀ ਅਗਰ ਗੱਲ ਕਰੀਏ ਔਰ ਲਗਾਤਾਰ ਅਸੀਂ ਪਿਛਲੇ 20 ਸਾਲ ਤੋਂ ਛਾਪਤੇ ਜਾ ਰਹੇ ਹਾਂ ਔਰ ਇਸ 19 ਤਾਰੀਖ ਨੂੰ 19 ਅਪ੍ਰੈਲ ਨੂੰ ਅਸੀਂ 20 ਸਾਲ ਦਾ ਸਫ਼ਰ ਪੂਰਾ ਕਰਨ ਜਾ ਰਹੇ ਹਾਂ ਪ੍ਰਵਾਸੀ ਮੀਡੀਆ ਦਾ ਇਸ ਅਖਬਾਰ ਦੇ ਨਾਲ। ਔਰ ਇਸ ਕਰਕੇ ਰਜਿੰਦਰ ਸਿੰਘ ਤੱਗੜ ਹੋਰਾਂ ਦਾ ਪ੍ਰਵਾਸੀ ਨਾਲ ਇੱਕ ਜਿਹੜਾ ਰਿਸ਼ਤਾ ਹੈ ਉਹ ਬਿਲਕੁਲ ਵਿਲੱਖਣ ਹੈ, ਵੱਖਰਾ ਹੈ। ਬੜੇ ਸਾਰੇ ਹੁਣ ਪੱਤਰਕਾਰ ਸਾਡੇ ਨਾਲ ਰੋਜ਼ ਜੁੜਦੇ ਆ। ਹੁਣ ਪ੍ਰਭਜੋਤ ਹੋਰੀ, ਮਿਸਟਰ ਪੰਧੇਰ, ਇੰਡੀਆ ਤੋਂ ਮੰਨੇ ਪੱਤਰਕਾਰ ਸਾਡੇ ਨਾਲ ਜੁੜਦੇ ਆ, ਉੱਥੋਂ ਦੇਸ਼ ਵਿਦੇਸ਼ ਤੋਂ ਜੁੜਦੇ ਆ। ਲੇਕਿਨ ਰਜਿੰਦਰ ਤੱਗੜ ਹੋਰਾਂ ਨਾਲ ਜਿਹੜਾ ਸਾਡਾ ਰਿਸ਼ਤਾ ਹੈ ਉਹ ਇਕੱਲਾ ਮੀਡੀਆ ਦਾ ਰਿਸ਼ਤਾ ਹੀ ਨਹੀਂ, ਪਰਿਵਾਰਕ ਰਿਸ਼ਤਾ ਵੀ ਹੈ। ਤਾਂ ਅਸੀਂ ਇਸ ਤੋਂ ਪਹਿਲਾਂ ਕਿ ਮੈਂ ਜਿਹੜੇ ਨਵੇਂ ਸਾਡੇ ਲਿਸਨਰ ਸੀ ਉਹਨਾਂ ਨਾਲ ਇਹਨਾਂ ਦੀ ਗੱਲ ਕਰਵਾਉਂਦਾ, ਮੇਰਾ ਥੋੜ੍ਹਾ ਜਿਹਾ ਮਨ ਸੀ ਕਿ ਇਹਨਾਂ ਦੀ ਥੋੜ੍ਹੀ ਜਿਹੀ ਜਾਣਕਾਰੀ ਵੀ ਦਿੱਤੀ ਜਾਵੇ। ਤਾਂ ਮੇਰੇ ਨਾਲ ਲਾਈਨ 'ਤੇ ਨੇ ਤੱਗੜ ਸਾਹਿਬ, ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸੈਣੀ ਸਾਹਿਬ। ਔਰ ਮੇਰੇ ਨਾਲ ਮੀਨਾਕਸ਼ੀ ਹੋਰੀ ਵੀ ਸਟੂਡੀਓ 'ਚ ਹੀ ਨੇ, ਇਕੱਠੇ ਪ੍ਰੋਗਰਾਮ ਕਰ ਰਹੇ ਹਾਂ, ਉਹ ਵੀ ਤੁਹਾਡਾ ਵੈਲਕਮ ਕਰਨਾ ਚਾਹੁੰਦੇ ਆ। ਸਭ ਤੋਂ ਪਹਿਲਾਂ ਤਾਂ ਪ੍ਰਵਾਸੀ ਦੇ ਸਭ ਲਿਸਨਰਸ ਨੂੰ ਮੇਰੇ ਵੱਲੋਂ ਵੀ ਨਮਸਕਾਰ, ਸਤਿ ਸ਼੍ਰੀ ਅਕਾਲ। ਔਰ ਤੱਗੜ ਸਾਹਿਬ ਤੁਹਾਡਾ ਵੀ ਵੈਲਕਮ ਕਰਦੇ ਹਾਂ ਪ੍ਰਵਾਸੀ ਦੇ ਵਿੱਚ। ਔਰ ਮੈਨੂੰ ਯਾਦ ਹੈ ਬਹੁਤ ਜ਼ਰਾ ਪੁਰਾਣੇ ਟਾਈਮਸ ਜਦੋਂ ਅਸੀਂ ਰੋਪੜ 'ਚ ਇਕੱਠੇ ਬੈਠਦੇ ਸੀਗੇ, ਕਦੇ ਚੰਡੀਗੜ੍ਹ 'ਚ ਇਕੱਠੇ ਬਹਿੰਦੇ ਸੀਗੇ ਔਰ ਉਹ ਇੰਨਾ ਲੰਬਾ ਜਿਹੜਾ ਸਫ਼ਰ ਹੈ ਅਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਵੀ ਅਸੀਂ ਇਹਨਾਂ ਗੱਲਾਂ ਨੂੰ ਯਾਦ ਕਰਦੇ ਹਾਂ। ਭਾਬੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹਨਾਂ ਯਾਦ ਰੱਖਿਆ, ਬਹੁਤ ਬਹੁਤ ਮਿਹਰਬਾਨੀ। ਆਈ ਐਮ ਪਲੀਜ਼ਡ ਟੂ ਟਾਕ ਟੂ ਯੂ। ਓਕੇ ਤੱਗੜ ਸਾਹਿਬ, ਥੋੜੀ ਦਿਓ ਜਾਣਕਾਰੀ। ਅਚਾਨਕ ਛਾਪੇ ਪਏ ਹੈ ਈਡੀ ਦੇ ਔਰ ਇਹ ਦੋਵੇਂ ਪੱਖ ਸਾਹਮਣੇ ਆ ਰਹੇ ਆ। ਇੱਕ ਪੱਖ ਤੇ ਸਾਹਮਣੇ ਆ ਰਿਹਾ ਕਿ ਵੱਡੀ ਗਿਣਤੀ 'ਚ ਨਕਦੀ ਮਿਲੀ ਹੈ, ਚਰਨਜੀਤ ਚੰਨੀ ਹੋਰਾਂ ਦੇ ਬਹੁਤ ਕਲੋਜ਼ੀ ਰਿਸ਼ਤੇਦਾਰ ਨੇ, ਕਲੋਜ਼ ਰਿਲੇਟਿਵ ਨੇ, ਉਹਨਾਂ ਕੋਲੋਂ ਹੋਰ ਵੀ ਥਾਵਾਂ 'ਤੇ ਛਾਪੇ ਵੱਜੇ ਹੈ। ਪਰ ਦੂਜੇ ਪਾਸੇ ਚਰਨਜੀਤ ਚੰਨੀ ਇਹ ਗੱਲ ਕਹਿ ਰਹੇ ਹੈ ਕਿ ਇਹ ਗੁੱਸਾ ਕੱਢਿਆ ਹੈ ਮੋਦੀ ਸਾਹਿਬ ਨੇ, ਜਿਹੜਾ ਉਹਨਾਂ ਦੀ ਪੰਜਾਬ ਦੀ ਜਿਹੜੀ ਫੇਰੀ ਫੇਲ ਹੋ ਗਈ, ਸਿਕਿਉਰਿਟੀ ਲੈਪਸਿਸ ਹੋਏ, ਉਹ ਇੱਕ ਤਰ੍ਹਾਂ ਦੀ ਕਿੜ ਕੱਢੀ ਹੈ ਔਰ ਇਹ ਬਦਨਾਮ ਕਰਨ ਦੀ ਮੈਨੂੰ ਕੋਸ਼ਿਸ਼ ਹੈ ਇਲੈਕਸ਼ਨ ਦੇ ਟਾਈਮ 'ਤੇ ਜੋ ਬੰਗਾਲ 'ਚ ਕੀਤਾ ਗਿਆ ਉਹ ਰਿਪੀਟ ਪੰਜਾਬ 'ਚ ਕੀਤਾ ਜਾ ਰਿਹਾ ਹੈ। ਸੋ ਦੋਨੋਂ ਤਰ੍ਹਾਂ ਦੇ ਪੱਖ ਸਾਹਮਣੇ ਆ ਰਹੇ ਹੈ। ਬਿਲਕੁਲ ਜੀ, ਬਿਲਕੁਲ ਦੋਨੋਂ ਤਰ੍ਹਾਂ ਦੇ ਪੱਖ ਸਾਹਮਣੇ ਆ ਰਹੇ ਹੈ। ਜਿਹੜੀ ਲੇਟੈਸਟ ਇਨਫੋਰਮੇਸ਼ਨ ਇਹ ਹੈ ਕਿ ਚੰਨੀ ਸਾਹਿਬ ਦੇ ਸਾਡੂ ਦਾ ਮੁੰਡਾ, ਨੈਫਿਊ ਜੀ, ਸਾਲੀ ਦਾ ਲੜਕਾ ਜਿਹੜਾ ਭੁਪਿੰਦਰ ਅਲਾਇਸ ਹਨੀ ਜੀ, ਉਹਦੇ 68 ਕਰੋੜ ਰੁਪਏ ਦੇ ਡੂਬੀਅਸ ਟ੍ਰਾਂਜੈਕਸ਼ਨ ਸਰਫੇਸ ਹੋਏ ਆ। ਅੱਛਾ ਜੀ। 10 ਕਰੋੜ ਰੁਪਇਆ ਨਗਦੀ ਬਰਾਮਦ ਹੋਇਆ ਜੀ। 21 ਲੱਖ ਰੁਪਏ ਦਾ ਸੋਨਾ ਤੇ 12 ਲੱਖ ਰੁਪਏ ਦੀ ਰੋਲੈਕਸ ਘੜੀ ਜੀ। ਹਨੀ ਨੂੰ ਸਿਕਿਉਰਿਟੀ ਜਿਹੜੀ ਸੀਗੀ ਪੰਜਾਬ ਪੁਲਿਸ ਨੇ ਦਿੱਤੀ ਹੋਈ ਸੀ ਜੀ, ਉਹਨਾਂ ਦੇ ਨਾਲ ਜਿੱਪਸੀ ਚੱਲਦੀ ਸੀ ਐਸਕੌਟ ਵਜੋਂ। ਅੱਛਾ ਜੀ। ਜਿੱਥੋਂ ਸਾਬਤ ਹੁੰਦਾ ਹੈ ਕਿ ਚੰਨੀ ਸਾਹਿਬ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਨੇੜਤਾ ਸੀ ਜੀ ਔਰ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਚੰਨੀ ਸਾਹਿਬ ਦੀ ਪੈਟਰਨੇਜ ਸੀ ਜੀ। ਹੁਣ ਸੈਣੀ ਸਾਹਿਬ ਜਿਹੜੀ ਸਿਚੁਏਸ਼ਨ ਇਹ ਆ ਕਿ ਚੰਨੀ ਸਾਹਿਬ ਚੀਫ ਮਿਨਿਸਟੀਰੀਅਲ ਕੈਂਡੀਡੇਟ ਸੀਗੇ ਕਾਂਗਰਸ ਦੇ। ਜੀ, ਤੁਸੀਂ ਕਹਿ ਰਹੇ ਹੋ ਸੀਗੇ? ਹਾਂ ਸੀਗੇ, ਮਤਲਬ ਕਿ ਹੁਣ ਤੋਂ ਰੇਡਸ ਤੋਂ ਪਹਿਲਾਂ ਚੀਫ ਮਿਨਿਸਟੀਰੀਅਲ ਕੈਂਡੀਡੇਟ ਗਿਣੇ ਜਾਂਦੇ ਸੀ ਜੀ। ਅਗਲੀਆਂ ਚੋਣਾਂ ਤੋਂ ਬਾਅਦ ਜੇ ਕਾਂਗਰਸ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਹੀ ਕੁਡ ਹੈਵ ਬੀਨ ਦੀ ਪੋਸੀਬਲ ਚੀਫ ਮਿਨਿਸਟੀਰੀਅਲ ਕੈਂਡੀਡੇਟ ਜੀ।
ਪਰ ਹੁਣ ਰੇਡ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਈ ਹੈ ਉਹ ਤੇ ਉਹਨਾਂ ਦੇ ਭਵਿੱਖ ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਜੀ। ਤੇ ਸਿੱਧੂ ਸਾਹਿਬ ਇਸ ਮਾਮਲੇ ਤੇ ਚੁੱਪ ਹੈ, ਉਹਨਾਂ ਨੇ ਚੰਨੀ ਸਾਹਿਬ ਨੂੰ ਡਿਫੈਂਡ ਕਰਨ ਤੋਂ ਗੁਰੇਜ਼ ਕੀਤਾ ਜੀ। ਅੱਛਾ, ਮੈਂ ਤੁਹਾਨੂੰ ਸੌਰੀ ਵਿੱਚ ਇੰਟਰਪਟ ਕਰ ਰਿਹਾ ਜਿਹੜੀ ਕਾਂਗਰਸ ਦੇ ਜਿਹੜੇ ਮੁੱਦੇ ਉਛਾਲ ਰਹੇ ਸੀ, ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਬਹੁਤ ਸਾਰੀਆਂ ਗੱਲਾਂ ਕਹਿ ਰਹੇ ਸੀ, ਬੱਸਾਂ ਦੀ ਗੱਲ ਕਰ ਰਹੇ ਸੀ, ਕੇਵਲ ਮਾਫੀਆ ਦੀ ਗੱਲ ਕਰ ਰਹੇ ਸੀ, ਬਾਦਲ ਪਰਿਵਾਰ ਦੀਆਂ ਜੋ ਵੀ ਕਹਿ ਰਹੇ ਕਿ ਲੁੱਟ ਕੀਤੀ, ਉਹਦੇ 'ਚ ਬਾਰ-ਬਾਰ ਉਹ ਇਹਨਾਂ ਜਿਹੜੀਆਂ ਰੇਤ ਦੀਆਂ ਖਦਾਨਾਂ, ਇਲੀਗਲ ਮਾਈਨਿੰਗ ਹੈ, ਇਹਨੂੰ ਵੀ ਉਛਾਲ ਰਹੇ ਸੀ। ਤਾਂ ਇਹ ਕਾਂਗਰਸ ਦਾ ਤੇ ਮੁੱਦਾ ਸੀ ਕਿ ਇਲੀਗਲ ਮਾਈਨਿੰਗ ਬੰਦ ਕਰਾਂਗੇ, ਤੇ ਚੰਨੀ ਸਾਹਿਬ ਦੇ ਕਲੋਜ਼ ਰਿਲੇਟਿਵ ਦਾ ਉਹ 'ਚ ਆਪ ਇਨਵੋਲਵ ਹੋਣਾ ਔਰ ਇੰਨੇ ਵੱਡੇ ਪੱਧਰ ਤੇ ਉਹਨਾਂ ਕੋਲੋਂ ਇਲੀਗਲ ਜਿਹੜੇ ਕਰੰਸੀ ਮਿਲਣੀ, ਟ੍ਰਾਂਜੈਕਸ਼ਨਸ ਹੋਣੀਆਂ, ਤਾਂ ਇੱਕ ਵੱਡਾ ਡੈਂਟ ਪਿਆ ਹੈ ਉਹਨਾਂ ਦੀ ਇਮੇਜ ਨੂੰ। ਬਹੁਤ ਵੱਡਾ ਡੈਂਟ ਪਿਆ ਜੀ, ਕਾਂਗਰਸ ਦੇ ਕੈਂਪੇਨ ਨੂੰ ਬੜਾ ਵੱਡਾ ਡੈਂਟ ਪਿਆ। ਇਹਦੇ ਨਾਲ ਮਜ਼ਬੂਤੀ ਮਿਲੀ ਹੈ ਨਵਜੋਤ ਸਿੰਘ ਸਿੱਧੂ ਦੇ ਕੈਂਡੀਡੇਚਰ ਨੂੰ ਐਜ਼ ਦੀ ਨੈਕਸਟ ਚੀਫ ਮਿਨਿਸਟਰ ਇਨ ਕੇਸ ਕਾਂਗਰਸ ਕਮਸ ਟੂ ਪਾਵਰ। ਅੱਛਾ, ਇਹ ਉਹਨਾਂ ਦੇ ਮਿਸਟਰ ਅਲਵਾ ਨੇ ਜਿਹੜੇ ਕਿ ਰਾਹੁਲ ਗਾਂਧੀ ਨਾਲ ਕੰਮ ਕਰਦੇ ਆ, ਮਾਰਕੀਟ ਅਲਵਾ ਦਾ ਮੈਨੂੰ ਲੱਗਦਾ ਬੇਟਾ ਹੈ ਸ਼ਾਇਦ, ਉਹਨਾਂ ਨੇ 3 ਆਪਸ਼ਨ ਦਿੱਤੀਆਂ ਲੋਕਾਂ ਨੂੰ ਕਿ ਚਰਨਜੀਤ ਚੰਨੀ ਹੋਣ, ਜਾਂ ਨਵਜੋਤ ਸਿੱਧੂ ਹੋਣ, ਸੁਨੀਲ ਜਾਖੜ ਹੋਣ, ਤੇ ਜਾਂ ਇਹ ਵੀ ਲਿਖਿਆ ਥੱਲੇ ਕਿ ਕੀ ਕਾਂਗਰਸ ਨੂੰ ਸੀਐਮ ਦਾ ਚਿਹਰਾ ਹਜੇ ਕੋਈ ਐਲਾਨਣਾ ਨਹੀਂ ਚਾਹੀਦਾ। ਤਾਂ 3 ਨਾਮ ਤੇ ਉਹਨਾਂ ਨੇ ਕਲੀਅਰ ਕੀਤੇ ਹੈ, ਔਰ ਰਾਹੁਲ ਗਾਂਧੀ ਦੇ ਨਾਲ ਉਹ ਡਾਇਰੈਕਟ ਕੰਮ ਕਰਦੇ ਆ, ਉਹਨਾਂ ਦੇ ਉਹ ਸਬੋਰਡੀਨੇਟ ਨੇ। ਇਹਦਾ ਮਤਲਬ ਹੈ ਕਿ ਬਿਨਾਂ ਉਹਨਾਂ ਦੀ ਪਰਮਿਸ਼ਨ ਤੋਂ ਡੈਫੀਨੇਟਲੀ ਉਹ ਇਹ ਨਹੀਂ ਕਰ ਸਕਦੇ। ਤਾਂ ਇਹ ਕਾਂਗਰਸ ਦੇ ਵਿੱਚ ਇਹ ਸਾਰੀ ਕੁਝ ਇਹ ਵੀ ਨਾਲ ਕਾਰਵਾਈ ਚੱਲ ਰਹੀ ਹੈ। ਬਿਲਕੁਲ ਚੱਲ ਰਹੀ ਹੈ ਜੀ। ਕਾਂਗਰਸ ਦੇ ਵਿੱਚ ਇੱਕ ਕਨਫਿਊਜ਼ਨ ਦਾ ਮਾਹੌਲ ਹੈ ਜੀ, ਕਿਉਂਕਿ 3 ਚਿਹਰੇ ਅੱਗੇ ਕਰਤੇ ਜਿਨ੍ਹਾਂ ਦੀ ਲੀਡਰਸ਼ਿਪ ਹੇਠ ਇਲੈਕਸ਼ਨ ਲੜੀ ਜਾਣੀ ਹੈ, ਜਦ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦਾ ਨਾਂ ਕਲੀਅਰ ਕਰਤਾ ਹੈ ਚੀਫ ਮਿਨਿਸਟਰ ਕੈਂਡੀਡੇਟ ਜੀ। ਸ਼੍ਰੋਮਣੀ ਅਕਾਲੀ ਦਲ ਦਾ ਚੀਫ ਮਿਨਿਸਟਰੀਅਲ ਕੈਂਡੀਡੇਟ ਆਬਵੀਅਸ ਹੈ ਸੁਖਬੀਰ ਬਾਦਲ, ਤੇ ਬੀਜੇਪੀ ਨੇ ਹਜੇ ਕੋਈ ਅਨਾਉਂਸ ਨਹੀਂ ਕੀਤਾ, ਕਿਉਂਕਿ ਬੀਜੇਪੀ ਹਮੇਸ਼ਾ ਹੀ ਹਰ ਸਟੇਟ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਆਪਣਾ ਚੀਫ ਮਿਨਿਸਟਰ ਕੈਂਡੀਡੇਟ ਅਨਾਉਂਸ ਕਰਦੀ ਹੈ ਜੀ। ਸੋ ਇਹ ਜਿਹੜਾ ਸਿਚੁਏਸ਼ਨ ਹੋਈ ਹੈ, ਮਾਈਨਿੰਗ ਵਾਲੀ ਰੇਡ ਪਈ ਆ, ਇਹਦੇ ਨਾਲ ਕਾਂਗਰਸ ਦੇ ਕੈਂਪੇਨ ਤੇ ਡੈਂਟ ਪਿਆ। ਤੇ ਜਿਹੜਾ ਕਨਫਿਊਜ਼ਨ ਸੀਗਾ 3 ਬੰਦਿਆਂ ਦੀ ਅਗਵਾਈ ਹੇਠ ਇਲੈਕਸ਼ਨ ਲੜਨ ਦਾ, ਉਹਨੂੰ ਹੋਰ ਪੁਖਤਾ ਕਰਤਾ ਗਿਆ, ਕਿਉਂਕਿ ਹੁਣ ਚੰਨੀ ਸਾਹਿਬ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਜਾਏਗਾ, ਉਹਨਾਂ ਤੇ ਜਿਹੜਾ ਐਲੀਗੇਸ਼ਨ ਲੱਗ ਗਿਆ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਇਨਵੋਲਵਮੈਂਟ ਦਾ ਮਾਈਨਿੰਗ, ਉਹਦੇ ਨਾਲ ਹੁਣ ਸਿਚੁਏਸ਼ਨ ਕਾਂਗਰਸ ਦੇ ਵਾਸਤੇ ਮੁਸ਼ਕਿਲ ਹੋ ਗਈ ਆ, ਹੋਰ ਵੀ ਜ਼ਿਆਦਾ ਕਨਫਿਊਜ਼ਿੰਗ ਹੋ ਗਈ ਆ। ਪਾਰਟੀ ਕਾਡਰ ਹੁਣ ਸਮਝ ਨਹੀਂ ਰਿਹਾ ਕਿ ਹਵਾ ਕਿਸ ਪਾਸੇ ਵਗ ਰਹੀ ਹੈ। ਠੀਕ ਹੈ ਜੀ। ਅੱਛਾ, ਜਾਂਦੇ ਉਹਦਾ ਲਾਸਟ ਕੁਐਸਚਨ ਹੈ ਤੁਹਾਡੇ ਨਾਲ, ਅਸੀਂ ਹੁਣ ਰੈਗੂਲਰਲੀ ਗੱਲ ਵੀ ਕਰਿਆ ਕਰਾਂਗੇ, ਟੀਵੀ ਤੇ ਵੀ ਕਰਿਆ ਕਰਾਂਗੇ, ਰੇਡੀਓ ਤੇ ਵੀ ਆਫਕੋਰਸ ਕਰਿਆ ਕਰਾਂਗੇ। ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾਂਦਾ ਕਿ ਉਹਨਾਂ ਦੀ ਜ਼ਿਆਦਾ ਚੱਲੀ ਹੈ ਟਿਕਟਾਂ ਵੰਡਣ ਵੇਲੇ, ਚੰਨੀ ਸਾਹਿਬ ਦੀ ਜ਼ਿਆਦਾ ਨਹੀਂ ਚੱਲੀ। ਜਿਹੜੇ ਉਮੀਦਵਾਰ ਨੇ ਉਹ ਬਹੁਤੇ ਸਿੱਧੂ ਸਾਹਿਬ ਦੇ ਕਲੋਜ਼ ਨੇ, ਕਿ ਸਿੱਧੂ ਸਾਹਿਬ ਇਹ ਵੇਟ ਕਰ ਰਹੇ ਸੀ ਕਿ ਜੇ ਐਮਐਲਏ ਤੋਂ ਪੁੱਛਿਆ ਜਾਏਗਾ ਤੇ ਉਸ ਪੱਖੋਂ ਫਿਰ ਉਹਨਾਂ ਦਾ ਵੇਟ ਜ਼ਿਆਦਾ ਹੈ। ਦੂਜੀ ਗੱਲ, ਜਦੋਂ ਈਡੀ ਨੇ ਛਾਪੇ ਮਾਰੇ ਹੈ, ਪੱਕੀ ਗੱਲ ਹੈ ਕਿ ਬੀਜੇਪੀ ਦੀ ਜਿਹੜੀ ਸਰਕਾਰ ਆ ਉਹਦੀ ਸਹਿਮਤੀ ਬਿਨਾਂ ਇਹ ਕੰਮ ਨਹੀਂ ਹੋਇਆ। ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹਦਾ ਫਾਇਦਾ ਨਵਜੋਤ ਸਿੰਘ ਸਿੱਧੂ ਨੂੰ ਫਿਰ ਹੋ ਸਕਦਾ ਹੈ ਇਨਡਾਇਰੈਕਟਲੀ, ਕਿਉਂਕਿ ਮੁਕਾਬਲਾ ਤੇ ਮੁੱਖ ਤੌਰ ਤੇ ਚੰਨੀ ਤੇ ਸਿੱਧੂ ਦਾ ਹੀ ਹੈ। ਤਾਂ ਬੀਜੇਪੀ ਵੀ ਚਾਹੁੰਦੀ ਸੀ ਇਨਡਾਇਰੈਕਟਲੀ ਨਵਜੋਤ ਸਿੰਘ ਸਿੱਧੂ ਨੂੰ ਫਾਇਦਾ ਹੋਵੇ, ਜਾਂ ਉਹ ਚੰਨੀ ਨੂੰ ਹੀ ਅਟੈਕ ਕਰ ਰਹੇ ਸੀ? ਨਹੀਂ ਜੀ, ਬੀਜੇਪੀ ਦਾ ਮਕਸਦ ਸੀਗਾ ਕਿ ਕਾਂਗਰਸ ਨੂੰ ਕਮਜ਼ੋਰ ਕੀਤਾ ਜਾਏ। ਠੀਕ ਹੈ ਜੀ, ਹਰ ਹੀਲੇ ਜੀ। ਜਿਹੜਾ ਫਿਰੋਜ਼ਪੁਰ ਰੈਲੀ ਵਾਲਾ ਐਂਗਲ ਹੈ ਉਹ ਵੀ ਕੁਛ ਹੱਦ ਤੱਕ ਸਹੀ ਹੈ। ਬੀਜੇਪੀ ਰਿਵੈਂਜ ਲੈਣਾ ਚਾਹੁੰਦੀ ਸੀ ਕਾਂਗਰਸ ਤੋਂ। ਠੀਕ ਹੈ ਜੀ। ਉਹਦਾ ਇਨਡਾਇਰੈਕਟਲੀ ਫਾਇਦਾ ਹੋ ਰਿਹਾ ਓਬਲੀਕਲੀ ਨਵਜੋਤ ਸਿੱਧੂ ਨੂੰ ਜੀ, ਪਰਸਨਲੀ ਜੀ। ਤੇ ਬਾਕੀ ਜਿਹੜੀ ਚੋਣਾਂ ਦੇ ਵਿੱਚ ਕੈਂਡੀਡੇਟਸ ਦੇ ਅਨਾਉਂਸਮੈਂਟ ਦੀ ਸਿਲੈਕਸ਼ਨ ਦੀ ਗੱਲ ਹੈ, ਉੱਥੇ ਸਿੱਧੂ ਦੀ ਚੱਲੀ ਹੈ, ਇਹ 'ਚ ਕੋਈ ਸ਼ੱਕ ਨਹੀਂ।
ਪਰ ਸਿੱਧੂ ਬਹੁਤ ਹੱਦ ਤੱਕ ਫੇਲ ਹੋ ਗਏ ਟੈਂਟਡ ਕੈਂਡੀਡੇਟਸ ਨੂੰ ਟਿਕਟਾਂ ਰੋਕਣ ਤੋਂ। ਠੀਕ ਹੈ, ਇਹ ਵੀ ਬਹੁਤ ਸਾਰੇ ਲੋਕ ਜਿਵੇਂ ਰਾਣਾ ਗੁਰਜੀਤ ਹੈ, ਉਹਦੇ ਟਿਕਟ ਦੇ ਅਗੇਂਸਟ ਸੀਗੇ ਸਿੱਧੂ ਸਾਹਿਬ ਜੀ, ਪਰ ਰਾਣਾ ਗੁਰਜੀਤ ਆਪਣੇ ਟਿਕਟ ਲੈਣ ਦੇ ਵਿੱਚ ਕਾਮਯਾਬ ਹੋਏ। ਠੀਕ ਹੈ ਜੀ, ਥੈਂਕ ਯੂ। ਸਿੱਧੂ ਸਾਹਿਬ ਬਹੁਤ ਗੱਲਾਂ 'ਚ ਪਿਛੜ ਵੀ ਗਏ ਹੈ ਟਿਕਟਾਂ ਦੇ ਅਲਾਟਮੈਂਟ, ਕਿਉਂਕਿ ਹਾਈ ਕਮਾਂਡ ਨੇ ਆਪਣਾ ਐਨਾਲਿਸਿਸ ਕਰਕੇ ਆਪਣਾ ਜੋੜ ਤੋੜ ਕਰਕੇ ਟਿਕਟਾਂ ਦਿੱਤੀਆਂ। ਸੋ ਇਹ ਕਹਿਣਾ ਬੜਾ ਮੁਸ਼ਕਿਲ ਹੋਏਗਾ ਕਿ ਸਿੱਧੂ ਹੈਡ ਅ ਕਲੀਨ ਸਵੀਪ ਇਨ ਅਲਾਟਮੈਂਟ ਆਫ ਟਿਕਟਸ ਟੂ ਦੀ ਕੈਂਡੀਡੇਟਸ। ਇਹ ਬੜਾ ਮੁਸ਼ਕਿਲ ਹੈ ਕਹਿਣਾ, ਕਿਉਂਕਿ ਸਿੱਧੂ ਕਾਫੀ ਹੱਦ ਤੱਕ ਫੇਲ ਵੀ ਰਹੇ ਹੈ ਟਿਕਟਾਂ ਦੇ ਮਾਮਲੇ 'ਚ। ਤੱਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਔਰ ਕੀ ਕਾਂਗਰਸ ਆਪਣਾ ਕੋਈ ਉਮੀਦਵਾਰ ਐਲਾਨਦੀ ਹੈ ਕਿ ਨਹੀਂ? ਇਹ ਜਿਹੜਾ ਸਰਵੇ ਕੀਤਾ ਜਾ ਰਿਹਾ ਕਿੰਨਾ ਕੁ ਇਫੈਕਟਿਵ ਹੁੰਦਾ ਹੈ? ਕਾਂਗਰਸ ਕਿਸੇ ਨਤੀਜੇ ਤੇ ਪਹੁੰਚ ਪਾਏਗੀ ਕਿ ਨਹੀਂ ਬਿਫੋਰ ਇਲੈਕਸ਼ਨ? ਇਹ ਦੇਖਣਾ ਹੋਏਗਾ। ਤੁਹਾਡੇ ਨਾਲ ਅਸੀਂ ਹੁਣ ਗੱਲਬਾਤ ਕਰਦੇ ਰਿਹਾ ਕਰਾਂਗੇ ਔਰ ਇਸ ਵਿਸ਼ੇ ਨੂੰ ਵੀ ਜਾਰੀ ਰੱਖਾਂਗੇ ਔਰ ਹੋਰ ਪੰਜਾਬ ਦੀ ਪੋਲਿਟਿਕਸ ਦੀ ਵੀ ਗੱਲ ਕਰਿਆ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਇਹ ਸਨ ਸੀਨੀਅਰ ਜਰਨਲਿਸਟ ਰਜਿੰਦਰ ਸਿੰਘ ਤੱਗੜ, ਜਿਹੜੇ ਸਾਡੇ ਹੁਣ ਮਹਿਮਾਨ ਵੀ ਹੋਇਆ ਕਰਨਗੇ।